ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆ ਨੇਜਾ। ਤੁਸੀਂ ਵੇਖ ਰਹੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਇਹ ਸਪੈਸ਼ਲ ਸ਼ੋਅ। ਇਸ ਸ਼ੋਅ ਦੀ ਖਾਸੀਅਤ ਇਹ ਹੋਏਗੀ ਕਿ तमाम ਸਟੂਡੈਂਟਸ ਜਿਹੜੇ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ, ਤੁਹਾਡੇ ਕੋਲ ਕਿਹੜੇ-ਕਿਹੜੇ ਆਪਸ਼ਨਸ ਨੇ ਤੇ ਉਹਨਾਂ ਨੂੰ ਆਪਸ਼ਨਸ ਨੂੰ ਕਿੱਦਾਂ ਤੁਸੀਂ ਅਵੇਲ ਕਰ ਸਕਦੇ ਹੋ, ਇਸ ਸ਼ੋਅ ਦੇ ਰਾਹੀਂ ਤੁਹਾਨੂੰ ਪਤਾ ਚੱਲੇਗਾ। ਐਂਡ ਤੱਕ ਇਸ ਸ਼ੋਅ ਨੂੰ ਜ਼ਰੂਰ ਦੇਖਿਓ, ਮਾਪਿਆਂ ਨਾਲ ਬਹਿ ਕੇ ਸ਼ੋਅ ਦੇਖਿਆ ਕਰੋ, ਕਿਉਂਕਿ ਇਹ ਜਿਹੜੇ ਸ਼ੋਅ ਹੁੰਦੇ ਨੇ ਇਹ ਇਨਫੋਰਮੇਟਰੀ ਸ਼ੋਅ ਹੁੰਦੇ ਨੇ। ਜਿਹੜੀ ਬੇਸਿਕ ਛੋਟੀ-ਛੋਟੀ ਚੀਜ਼ਾਂ ਤੁਹਾਨੂੰ ਨਹੀਂ ਪਤਾ ਹੁੰਦੀਆਂ, ਇਹਨਾਂ ਸ਼ੋਅਜ਼ ਦੇ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਉਹ तमाम तरीके की इन्फॉर्मेशन पहुँचाई जाए। पूरे शो के दौरान नंबर साढ़े थोड़े टीवी स्क्रीन से फ्लैश होंदे पे ने, तुहाडे तक तमाम तरीके की इन्फॉर्मेशन पहुँचाने के लिए अज आपां सदा दित्ता है एक्सपर्ट करियर काउंसलर जसमीत जी नूं। ते बहुत बहुत स्वागत है सर तुहाडा। सत श्री अकाल सर, सब तो पहले तो मैं चाहांगी साडे स्टूडेंट्स नूं तुसीं उन्हां ऑप्शनस बारे दसो, क्योंकि कैनेडा तो सारिआं नूं पता ही हैगा है। इस तो इलावा स्टूडेंट कोल होर किहड़े-किहड़े ऑप्शनस ने जिथे जाके अपना करियर बना सकते हैं? सी अज दी डेट विच स्टूडेंट जर्मनी स्टूडेंट वीज़ा ते जा सकदा है, USA स्टूडेंट वीज़ा ते जा सकदा है, UK स्टूडेंट वीज़ा ते जा सकदा। सो अज दी डेट च इन्हां तिन्नां कंट्रीआं दे जिहड़े रिजल्ट हैगे हैं वो बहुत ही ज़्यादा पॉजिटिव होए हैं। मैं हुणे UK के स्टूडेंट्स के वीज़ाज अप्लाई किए और 4-4 दिन च वीज़ा हत्थ च स्टैंप हो के आ गए। सो स्टूडेंट्स जिन्हां दे आईलैट्स हैगे उन्हां नूं 3 to 4 डेज़ के अंदर अंदर वीज़ा स्टैंप होके मिल रहा है। सो UK स्टूडेंट वीज़ा इज़ ऑल्सो वेरी गुड ऑप्शन फॉर ऑल द स्टूडेंट्स हू वांट टू अप्लाई राइट नाउ। सो UK का जो स्टडी प्रोसैस की असीं गल कर लैंदे आ तां UK का स्टडी प्रोसैस भी बहुत सिंपल हैगा। तुहाडे कोल 28 दिन पुराने फंड्स होने चाहिए हैं। सो UK ਲਈ ਤੁਹਾਡੇ ਕੋਲ 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਆ, ਬਟ ਫੰਡਸ ਬਿਲਕੁਲ ਜੈਨੂਇਨ ਹੋਣੇ ਚਾਹੀਦੇ ਆ। ਬਿਕੋਜ਼ ਇਫ ਤੁਹਾਡੇ ਫੰਡਸ ਜੈਨੂਇਨ ਨਹੀਂ ਹੁੰਦੇ ਆ ਤਾਂ ਆਪਾਂ ਨੂੰ ਡਾਇਰੈਕਟਲੀ ਬੈਨ ਵੀ ਲੱਗ ਸਕਦਾ। ਸੋ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਹੈ ਕਿ ਜਿਹੜੇ ਵੀ ਫੰਡਸ ਜਾਂ ਡਾਕੂਮੈਂਟਸ ਤੁਸੀਂ UK ਸਟੂਡੈਂਟ ਵੀਜ਼ਾ 'ਚ ਯੂਜ਼ ਕਰੋ ਉਹ ਬਿਲਕੁਲ ਜੈਨੂਇਨ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ UK ਨੂੰ ਅਸੀਂ ਜੇ ਗੱਲ ਕਰ ਲੈਂਦੇ ਹਾਂ ਤਾਂ ਲੰਡਨ ਸ਼ਹਿਰ 'ਚ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ 12,000 ਪਾਉਂਡ ਸ਼ੋ ਕਰਨੇ ਪੈਣਗੇ, 12,500 ਪਾਉਂਡ। ਔਰ ਜੇ ਤੁਸੀਂ ਉਸ ਤੋਂ ਬਾਹਰ ਜਾਂਦੇ ਹੋ ਤਾਂ 9,400 ਪਾਉਂਡ ਤੁਹਾਨੂੰ ਫੰਡ ਸ਼ੋ ਕਰਨੇ ਪੈਣਗੇ। ਸੋ ਇਹੀ ਡਿਫਰੈਂਸ ਹੋ ਜਾਂਦਾ ਹੈ ਕਿ ਜੇ ਫੰਡ ਸ਼ੋ ਘਟ ਜਾਂਦੇ ਆ ਜੇ ਤੁਸੀਂ ਆਊਟਸਾਈਡ ਲੰਡਨ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ। ठीक है, ਤੁਸੀਂ ਸਾਡਾ ਨੰਬਰ ਜਿਹੜਾ ਹੈਗਾ ਹੈਲਪਲਾਈਨ ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੁੰਦਾ ਪਿਆ, ਉਹਨੂੰ ਜ਼ਰੂਰ ਨੋਟ ਕਰਕੇ ਰੱਖ ਲਓ। ਲੈਂਡਮਾਰਕ ਇਮੀਗ੍ਰੇਸ਼ਨ ਤੱਕ ਪਹੁੰਚਣ ਦਾ ਉਹ ਇੱਕ ਜ਼ਰੀਆ ਹੈਗਾ। ਤੁਸੀਂ ਜਸਟ ਇੱਕ ਫੋਨ ਕਾਲ ਅਵੇ ਹੈਗੇ ਹੋ, ਤੁਹਾਡੇ ਕੋਲ ਆਪਸ਼ਨਸ ਬਹੁਤ ਸਾਰੇ ਨੇ ਅੱਜ ਕੱਲ੍ਹ ਦੇ ਟਾਈਮ ਤੇ। ਹੁਣ ਉਹ ਟਾਈਮ ਨਹੀਂ ਹੈਗਾ ਜਿਸ ਟਾਈਮ ਤੇ ਸਾਨੂੰ ਬਹੁਤ ਔਖਾ ਹੁੰਦਾ ਸੀਗਾ ਕਿ ਬਾਹਰ ਜਾ ਕੇ ਪੜ੍ਹਨਾ ਹੈ, ਸੋ ਸੁਪਨਾ ਹੀ ਰਹਿ ਜਾਊਗਾ। ਅੱਜ ਦੇ ਟਾਈਮ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਸਪੋਰਟ ਨਾਲ, ਇਹਨਾਂ ਦੀ ਗਾਈਡੈਂਸ ਦੇ ਨਾਲ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। ਜਸਮੀਤ ਜੀ, ਤੁਸੀਂ UK ਦੀ ਗੱਲ ਕੀਤੀ ਆ, ਉੱਥੇ ਤੁਸੀਂ ਫੰਡਸ ਦੀ ਵੀ ਗੱਲ ਕੀਤੀ ਕਿ 28 ਡੇਜ਼ ਪੁਰਾਣੇ ਹੋਣੇ ਚਾਹੀਦੇ ਆ। ਉਹ ਫੰਡਸ ਕਿਆ ਪੇਰੈਂਟਸ ਦੇ ਹੀ ਸ਼ੋ ਕਰਨੇ ਹੋਣਗੇ ਜਾਂ ਫਿਰ ਗ੍ਰੈਂਡ ਪੇਰੈਂਟਸ ਵੀ ਸ਼ੋ ਕਰ ਸਕਦੇ ਨੇ ਜਾਂ ਚਾਚਾ ਤਾਇਆ ਉਹ ਵੀ ਸ਼ੋ ਕਰ ਸਕਦੇ ਨੇ? ਸੋ ਫੰਡਸ ਦੇਖੋ ਤੁਹਾਡੇ ਕੀ ਕਹਿੰਦੇ ਆ ਰੀਅਲ ਬਲੱਡ ਰਿਲੇਟਿਵ ਦੇ ਹੋਣੇ ਜ਼ਰੂਰੀ ਹੈ। ਸੋ ਜੇ ਤੁਹਾਡੇ ਆਪਣੇ ਨਾਂ ਤੇ ਹੋਣ ਜਾਂ ਤੁਹਾਡੇ ਪੇਰੈਂਟਸ ਦੇ ਨਾਂ ਤੇ ਹੋਣ ਤਾਂ ਉਹਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਸੋ ਪ੍ਰੈਫਰੈਂਸ ਮੈਂ ਇਹੀ ਕਹਾਂਗਾ ਕਿ ਪੇਰੈਂਟਸ ਜਾਂ ਤੁਹਾਡੇ ਸੈਲਫ ਨਾਮ ਤੇ ਜੇ ਹੋਣਗੇ ਫੰਡਸ ਤਾਂ ਇਟ ਇਜ਼ ਬੈਟਰ। और फंड्स जैਨੂਇਨ मैं इसलिए बार बार कह रहा क्योंकि UK च 10 ईयर्स का बैन आता है जे तुसी कोई भी इनजैਨੂਇਨ डॉक्यूमेंट यूज करते हो। सो UK की जी पॉपूलेशन है वो 6.6 करोड़ हैगी है। छोटा जहा कंट्री है बट 6.5 करोड़ पॉपूलेशन है। तुसी लगा सकते हो कि कैनेडा की पॉपूलेशन 3.7 करोड़ है, बट UK का जो एरिया शायद 1/10 है कैनेडा तो, और फिर भी जी पॉपूलेशन है वो 6.6 करोड़ है। और जो लंडन की असीं गल करिए कि क्यों लंडन च ज़्यादा सानू फंड्स चाहिए क्योंकि लंडन इज़ द मोस्ट पॉपुलर सिटी इन UK। सो 89 लाख पॉपूलेशन हैगी है, 99 लाख की पॉपूलेशन हैगी है लंडन की। सो सारे ही स्टूडेंट जो लंडन जाएंगे सो इट हैज़ टू बी एन एक्सपेंसिव सिटी, बहुत एक्सपेंसिव सिटी हैगी है लंडन। सो इसलिए तुहानू जिहड़े फंड शो की रिक्वायरमेंट है फॉर लंडन इट इज़ मोर दैन आउटसाइड लंडन। सो सारे ही स्टूडेंट्स को मेरी एडवाइस है कि UK स्टूडेंट वीज़ा आज की डेट च बहुत ज़्यादा अट्रैक्टिव है, खास करके जिन्ने स्टूडेंट्स के 2 च 5.5 बैंड है, खास करके जिन्हों के ओवरऑल 6 हैं 2 च 5.5 बैंड है। मल्टीपल अटैम्प्ट कर चुके हैं, साढ़े बैंड्स इंप्रूव नहीं हो रहे हैं और कैनेडा जाने के चाहवान हैगे हैं, बट UK भी बहुत अट्रैक्टिव लोकेशन हैगी है स्टूडेंट्स। ठीक है,
ਦੇਖੋ ਤੁਹਾਡੇ ਤੱਕ ਇਸ ਇਨਫੋਰਮੇਸ਼ਨ ਨੂੰ ਪਹੁੰਚਾਉਣ ਦਾ ਇੱਕ ਹੀ ਮਕਸਦ ਹੈਗਾ ਹੈ ਸਾਡਾ ਕਿ ਤੁਹਾਨੂੰ ਇੱਕ ਟਰਾਂਸਪੇਰੈਂਸੀ ਨਾਲ ਇੱਕ ਜੈਨੂਇਨ ਗਾਈਡੈਂਸ ਦਿੱਤੀ ਜਾ ਸਕੇ, ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ ਕਿ ਕੈਨੇਡਾ ਤੋਂ ਇਲਾਵਾ ਵੀ ਤੁਹਾਡੇ ਕੋਲ ਆਪਸ਼ਨਸ ਹੈਗੇ ਨੇ। ਹੋਰ ਜੇ ਤੁਸੀਂ ਕੈਨੇਡਾ ਤੋਂ ਰਿਫਿਊਜ਼ਡ ਹੈਗੇ ਹੋ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜਾਂ ਨਹੀਂ। ਜਿਹੜੇ ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੁੰਦੇ ਪਏ ਨੇ ਉਹਨਾਂ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਆਪਣੀ ਪ੍ਰੋਫਾਈਲ ਅਸੈਸ ਕਰਵਾ ਕੇ ਪੁੱਛ ਸਕਦੇ ਹੋ। ਜਸਮੀਤ ਜੀ, ਜਿੱਦਾਂ ਕੋਈ ਸਟੂਡੈਂਟ ਹੋਏਗਾ ਕੈਨੇਡਾ ਤੋਂ 1 ਵਾਰ 2 ਵਾਰ 3 ਵਾਰ ਰਿਫਿਊਜ਼ਡ, ਸੋ ਕਿਆ ਉਹ ਅਪਲਾਈ ਕਰ ਸਕਦਾ ਯੂਕੇ ਦੇ ਲਈ? ਬਿਲਕੁਲ ਤੁਸੀਂ 1 2 3 ਵਾਰੀ ਕੈਨੇਡਾ ਤੋਂ ਰਿਫਿਊਜ਼ ਹੋ, ਪਹਿਲਾਂ ਤਾਂ ਅਸੈਸਮੈਂਟ ਕਰਨੀ ਪਏਗੀ ਤੁਹਾਡੀ ਕਿ ਰਿਫਿਊਜ਼ਲ ਕਿਸ ਬੇਸਿਸ ਤੇ ਆਈ ਹੈ। ਤੁਹਾਨੂੰ ਰੀਅਪਲਾਈ ਕਰਕੇ ਵੀਜ਼ਾ ਮਿਲ ਸਕਦਾ ਕੈਨੇਡਾ ਦਾ ਕਿ ਨਹੀਂ ਮਿਲ ਸਕਦਾ। ਸੋ ਫਰਸਟ ਅਸੈਸਮੈਂਟ ਤਾਂ ਇਹੀ ਹੈ, ਕਿਉਂਕਿ ਸਾਰੇ ਸਟੂਡੈਂਟਸ ਹੀ ਜਾਂਦੇ ਆ ਕਿਉਂਕਿ ਕੈਨੇਡਾ ਜਾਏ ਅਫੋਰਡੇਬਲ ਸਟੱਡੀਜ਼ ਦੇ ਨਾਲ ਸੈਟਲਮੈਂਟ ਆਪਸ਼ਨਸ ਜਿਹੜੀਆਂ ਕੈਨੇਡਾ 'ਚ ਹੈਗੀਆਂ ਉਹ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਕੰਪੇਅਰ ਨਹੀਂ ਕਰ ਸਕਦੇ। ਬਟ ਫਿਰ ਵੀ ਹੁਣ ਤੁਸੀਂ ਬਹੁਤ ਵਾਰੀ ਮਲਟੀਪਲ ਟਾਈਮਸ ਰਿਫਿਊਜ਼ ਹੋ ਗਏ ਔਰ ਅਸੈਸਮੈਂਟ ਜਦੋਂ ਅਸੀਂ ਕਰਦੇ ਹਾਂ ਸਾਨੂੰ ਲੱਗਦਾ ਕਿ ਤੁਹਾਡਾ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਸਕਦਾ, ਫਿਰ ਤੁਸੀਂ ਅਦਰ ਕੰਟਰੀਜ਼ ਲਾਈਕ UK, ਜਰਮਨੀ ਜਾਂ USA ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ। ਸੋ ਜਿਵੇਂ ਮੈਂ ਲੰਡਨ ਦੀ ਕਿਹਾ ਕਿ ਸਭ ਤੋਂ ਜ਼ਿਆਦਾ ਪੋਪੂਲਸ ਸਿਟੀ ਹੈਗਾ, 90 ਲੱਖ ਦੇ ਕਰੀਬ ਪੋਪੂਲੇਸ਼ਨ ਹੈਗੀ ਹੈ। ਸੋ ਹੋਰਾਂ ਸ਼ਹਿਰਾਂ ਦੀ ਜੇ ਅਸੀਂ ਦੇਖੀਏ ਤਾਂ ਪੋਪੂਲੇਸ਼ਨ ਬਹੁਤ ਘੱਟ ਹੈ ਤਾਂ ਕੋਸਟ ਆਫ ਲਿਵਿੰਗ ਆਟੋਮੈਟਿਕਲੀ ਘੱਟ ਹੋ ਜਾਂਦੀ ਹੈ। ਈਡਨਬਰਗ ਦੀ ਗੱਲ ਕਰੀਏ ਸਕਾਟਲੈਂਡ 'ਚ ਤਾਂ 4.5 ਲੱਖ ਪੋਪੂਲੇਸ਼ਨ ਹੈ। ਲਿਵਰਪੂਲ ਦੀ ਗੱਲ ਕਰੀਏ ਤਾਂ 4,70,000 ਪੋਪੂਲੇਸ਼ਨ ਹੈ। ਮੈਨਚੈਸਟਰ ਦੀ ਗੱਲ ਕਰੀਏ ਤਾਂ ਕਲੋਜ਼ ਟੂ 4.25 ਲੱਖ ਦੀ ਪੋਪੂਲੇਸ਼ਨ ਹੈ। ਸੋ ਆਊਟਸਾਈਡ ਲੰਡਨ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਕੋਸਟ ਆਫ ਲਿਵਿੰਗ ਆਟੋਮੈਟਿਕਲੀ ਘਟ ਜਾਂਦੀ ਹੈ। ਬਿਲਕੁਲ ਐਬਸੋਲੂਟਲੀ। ਸੋ ਦੇਖੋ ਕਾਸਟ ਆਫ ਲਿਵਿੰਗ ਵੀ ਘਟ ਰਹੀ ਹੈਗੀ ਹੈ, ਤੁਹਾਨੂੰ ਇੱਕ ਬ੍ਰਾਈਟ ਆਪਸ਼ਨ ਮਿਲ ਰਿਹਾ ਹੈਗਾ। ਸੋ ਡੈਫੀਨੇਟਲੀ ਤੁਸੀਂ ਯੂਕੇ ਦੇ ਬਾਰੇ ਜੇ ਸੋਚ ਰਹੇ ਹੋ ਤਾਂ ਲੈਂਡਮਾਰਕ ਆ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ, ਆਪਣੀ ਪ੍ਰੋਫਾਈਲ ਅਸੈਸ ਜ਼ਰੂਰ ਕਰਵਾਓ। ਇਹ ਨੰਬਰਾਂ ਨੂੰ ਜ਼ਰੂਰ ਨੋਟ ਕਰ ਲਓ। ਯੂਕੇ ਦੀ ਗੱਲ ਚੱਲ ਰਹੀ ਹੈ, ਸੋ ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਰਿਕੁਆਇਰਮੈਂਟ ਕੀ ਹੈਗੀ ਹੈ? 12th ਪਾਸ ਚਾਹੀਦਾ ਆ, ਗ੍ਰੈਜੂਏਟ ਚਾਹੀਦਾ ਆ ਜਾਂ ਮਾਸਟਰਸ ਚਾਹੀਦੇ ਨੇ ਯੂਕੇ ਦੇ ਲਈ? ਸੋ +2 ਸਟੂਡੈਂਟ ਵੀ ਕੀ ਕਹਿੰਦੇ ਆ ਯੂਕੇ 'ਚ ਅਪਲਾਈ ਕਰ ਸਕਦਾ ਫॉर ਬੈਚਲਰ ਡਿਗਰੀ ਔਰ ਗ੍ਰੈਜੂਏਟ ਸਟੂਡੈਂਟਸ ਫॉर ਮਾਸਟਰ ਡਿਗਰੀ ਅਪਲਾਈ ਕਰ ਸਕਦਾ। ਤੁਸੀਂ ਮਾਸਟਰ ਵੀ ਹੈਗੇ ਹੋ ਜਾਂ ਤੁਸੀਂ ਡਿਫਰੈਂਟ ਮਾਸਟਰਸ ਕਰਨ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਗੈਪ ਹੋਏ ਜਾਂ ਨਾ ਹੋਏ ਯੋਰ ਕੇਸ ਇਜ਼ ਪੋਸੀਬਲ, ਪਰ ਜਸਟੀਫਾਈਡ ਗੈਪ ਵਿਲ ਬੀ ਐਕਸੈਪਟੇਬਲ। ਮਤਲਬ ਕੋਈ ਨਾ ਕੋਈ ਜਸਟੀਫਿਕੇਸ਼ਨ ਤੁਹਾਡੇ ਉਸ ਟਾਈਮ 'ਚ ਜ਼ਰੂਰ ਚਾਹੀਦੀ ਹੋਏਗੀ। ਸੋ ਸਟੂਡੈਂਟਸ ਜਿਹੜੇ ਵੀ ਯੂਕੇ ਜਾਣਾ ਚਾਹੁੰਦੇ ਆ ਯੂਕੇ ਜਾਣ ਦੇ ਚਾਹਵਾਨ ਹੈਗੇ ਆ ਉਹ ਸਾਡੇ ਨੰਬਰ 90413 90412 ਤੇ ਕਾਲ ਕਰ ਸਕਦੇ ਆ, ਈਮੇਲ ਕਰ ਸਕਦੇ ਆ info@landmarkimmigration.com ਜਾਂ ਨੀਅਰੈਸਟ ਆਫਿਸ ਸਾਡੇ ਵਿਜ਼ਿਟ ਕਰ ਸਕਦੇ ਆ। ਲੁਧਿਆਣਾ, ਚੰਡੀਗੜ੍ਹ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਮੋਗਾ, ਬਠਿੰਡਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਪਰਲੀ ਤੁਸੀਂ ਐਡਵਾਈਸ ਲਓ ਸਾਡੀ ਟੀਮ ਦੇ ਨਾਲ, ਔਰ ਜੇ ਤੁਸੀਂ ਮੈਨੂੰ ਵੀ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਬੇਸ਼ੱਕ ਮਿਲ ਸਕਦੇ। ਤੁਸੀਂ ਜਿੱਦਾਂ ਕਿ ਕਿਹਾ ਗੈਪ ਦੀ ਗੱਲ ਕੀਤੀ ਹੈਗੀ ਹੈ, ਸੋ ਕਿਆ ਜਿਹੜੇ ਸਟੂਡੈਂਟਸ ਦੀ ਗੈਪ ਦੇ ਦੌਰਾਨ ਜੌਬਸ ਚਲੀ ਗਈਆਂ, ਪੈਂਡੇਮਿਕ ਦੇ ਦੌਰਾਨ ਜੌਬਸ ਚਲੀ ਗਈਆਂ, ਸੋ ਕਿਆ ਉਹ ਵੀ ਅਪਲਾਈ ਕਰ ਸਕਦੇ ਨੇ? ਉਹਨਾਂ ਦਾ ਗੈਪ ਕਿੱਦਾਂ ਜਸਟੀਫਾਈ ਹੋਏਗਾ? ਕਈਆਂ ਦੀ ਜੌਬਸ ਚਲੀ ਗਈਆਂ ਪੈਂਡੇਮਿਕ ਦੇ ਦੌਰਾਨ, ਕਾਫੀ ਸਾਰੇ ਬੈਚਲਰ ਸਟੂਡੈਂਟ ਹੈਗੇ ਸੀ ਜਿਨ੍ਹਾਂ ਦੀਆਂ ਜੌਬਸ ਚਲੀ ਗਈਆਂ ਪੈਂਡਿੰਗ ਵਿੱਚ ਔਰ ਉਹ ਹੁਣ ਬਾਹਰ ਆਪਣੇ ਕਰੀਅਰਸ ਦੇਖਣਾ ਚਾਹੁੰਦੇ ਨੇ। ਸੋ ਸਟੂਡੈਂਟਸ ਨੂੰ ਮੈਂ ਕਹਿਣਾ ਚਾਹਾਂਗਾ, ਸੋ ਜਿਨ੍ਹਾਂ ਦੀ ਪੈਂਡੇਮਿਕ 'ਚ ਜੌਬ ਗਈ ਹੈ, ਨੋ ਪ੍ਰੋਬਲਮ, ਯੂ ਹੈਵ ਅ ਜਸਟੀਫਿਕੇਸ਼ਨ ਕਿ ਪੈਂਡੇਮਿਕ 'ਚ ਮੇਰੀ ਜੌਬ ਚਲੀ ਗਈ ਔਰ ਉਸ ਤੋਂ ਬਾਅਦ ਹੁਣ ਮੈਂ ਪਲਾਨ ਕੀਤਾ ਬਾਹਰ ਜਾਣ ਦੀ। ਸੋ ਕੋਵਿਡ ਕੈਨ ਬੀ ਅ ਰੀਜ਼ਨ ਫॉर योर ਗੈਪ ਕਵਰਿੰਗ ਆਲਸੋ। ਸੋ ਯੂ ਕੈਨ ਆਲਸੋ ਗਿਵ ਅ ਜਸਟੀਫਿਕੇਸ਼ਨ ਇਨ ਨੀਡ ਅ ਗੁੱਡ SOP ਜੋ ਤੁਸੀਂ UK 'ਚ ਅਪਲਾਈ ਕਰਦੇ ਹੋ, ਔਰ ਤੁਹਾਡੇ ਫੰਡਸ ਦੀ ਬਿਲਕੁਲ ਰਿਲੇਸ਼ਨ ਹੋਣਾ ਚਾਹੀਦਾ ਤੁਹਾਡੇ ਕੀ ਕਹਿੰਦੇ ਆ ਤੁਹਾਡੇ ਨਾਲ ਜੋ ਵੀ ਤੁਹਾਡੇ ਫੰਡ ਸ਼ੋ ਕਰ ਰਹੇ ਆ, ਬਲੱਡ ਰਿਲੇਟਿਵ ਐਜ਼ ਆਈ ਟੋਲਡ ਯੂ ਬਿਫੋਰ। ਐਂਡ ਸੈਕੰਡਲੀ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੁਹਾਡੇ ਜਿਹੜੇ ਫਾਰਮਸ ਵਿੱਚ ਕੋਈ ਗਲਤੀ ਨਹੀਂ ਹੋਣੀ। ਠੀਕ ਹੈ। ਮਿਨੀਮਮ ਵੇजेस ਬਾਰੇ ਵੀ ਸਾਨੂੰ ਜ਼ਰੂਰ ਦੱਸੋ। ਸੋ ਮਿਨੀਮਮ ਵੇਜ ਦੀ ਅਸੀਂ ਜੇ ਗੱਲ ਕਰੀਏ ਤਾਂ 8 ਪਾਉਂਡ ਤੋਂ ਲੈ ਕੇ 10 ਪਾਉਂਡ ਦੇ ਅੰਦਰ ਮਿਨੀਮਮ ਵੇਜ ਮਿਲਦੀ ਹੈ, ਬਟ ਜਿਹੜੀ ਮਹੀਨੇ ਦੀ ਇਨਕਮ ਹੈਗੀ ਹੈ ਉਹ ਕੁਝ 1600 ਪਾਉਂਡ ਦੇ ਕਰੀਬ ਹੋ ਜਾਂਦੀ ਹੈ UK ਦੇ ਵਿੱਚ। ਸੋ ਸਟੂਡੈਂਟਸ ਜਿਹੜੇ ਵੀ ਜਾਂਦੇ, ਦੈਟ ਇਜ਼ ਆਈ ਐਮ ਟਾਕਿੰਗ ਅਬਾਊਟ ਮਿਨੀਮਮ। ਸੋ ਜੇ ਤੁਸੀਂ ਐਵਰੇਜ ਜੇ ਅਸੀਂ ਸੈਲਰੀ ਦੇਖੀਏ ਤਾਂ ਦੈਟ ਇਜ਼ ਕਲੋਜ਼ ਟੂ 2600 ਪਾਉਂਡਸ ਪਰ ਮੰਥ। ਸੋ ਜਿਹਨਾਂ ਦੀ ਵੀ ਐਵਰੇਜ ਸੈਲਰੀ ਹੈ ਦੈਟ ਇਜ਼ 2600 ਪਾਉਂਡਸ, ਜਿਹੜੀ ਮੀਡੀਅਨ ਅਸੀਂ ਗੱਲ ਕਰਦੇ ਹਾਂ UK ਦੀ। ਬਟ ਜਿਹੜੀ ਤੁਸੀਂ ਸਟੂਡੈਂਟਸ ਜਦੋਂ ਜਾਂਦਾ ਹੈ ਤਾਂ ਉਹ 1600 ਤੋਂ ਲੈ ਕੇ 2200 ਪਾਉਂਡ ਦੇ ਅੰਦਰ ਮਹੀਨੇ 'ਚ ਫੁੱਲ ਟਾਈਮ ਕੰਮ ਕਰਕੇ ਕਮਾ ਸਕਦਾ ਹੈ। ਫॉर ਨॉट ਫੁੱਲ ਟਾਈਮ, ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਤੁਸੀਂ ਫੁੱਲ ਟਾਈਮ ਨਹੀਂ ਕੰਮ ਕਰ ਸਕਦੇ, ਤੁਸੀਂ ਪਾਰਟ ਟਾਈਮ ਜੌਬ ਕਰਦੇ ਹੋ, ਐਂਡ ਜਦੋਂ ਤੁਹਾਡੀਆਂ ਹੌਲੀਡੇਜ਼ ਹੁੰਦੀਆਂ ਉਦੋਂ ਤੁਸੀਂ
ਫੁੱਲ ਟਾਈਮ ਜੌਬ ਕਰਦੇ ਠੀਕ ਹੈ। ਸੋ ਇਸ ਤੋਂ ਪਹਿਲੇ ਮੈਂ ਅਗਲਾ ਸਵਾਲ ਸਰ ਤੋਂ ਪੁੱਛਾਂ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ, ਲੈਂਡਮਾਰਕ ਇਮੀਗ੍ਰੇਸ਼ਨ ਦਾ ਨਾਮ ਜ਼ਰੂਰ ਯਾਦ ਰੱਖੋ। ਹੋ ਸਕਦਾ ਗੱਲਾਂ 'ਚ ਤੁਸੀਂ ਨੰਬਰ ਨੋਟ ਕਰਨਾ ਭੁੱਲ ਜਾਓ। ਸੋ ਨਾਮ ਯਾਦ ਰੱਖੋਗੇ, ਤੁਸੀਂ ਇੰਟਰਨੈਟ ਤੇ ਉੱਤੇ ਲੈਂਡਮਾਰਕ ਇਮੀਗ੍ਰੇਸ਼ਨ ਪਾਓਗੇ, ਤੁਹਾਨੂੰ ਆਪਣੇ ਆਪ ਸਾਡਾ ਹੈਲਪਲਾਈਨ ਨੰਬਰ ਮਿਲ ਜਾਏਗਾ। ਤੁਸੀਂ ਇਹਨਾਂ ਨਾਲ ਈਜ਼ੀਲੀ ਕੰਟੈਕਟ ਕਰ ਸਕਦੇ ਹੋ। ਜਸਮੀਤ ਜੀ ਵੀ ਤੁਹਾਨੂੰ ਪਰਸਨਲੀ ਗਾਈਡੈਂਸ ਦੇ ਲਈ ਅਪਾਇੰਟਮੈਂਟ ਦੇ ਸਕਦੇ ਨੇ ਜੇ ਤੁਸੀਂ ਇਹਨਾਂ ਨੂੰ ਵੀ ਮਿਲਣਾ ਚਾਹੁੰਦੇ ਹੋ। ਸੋ ਆਓ ਫਿਰ ਹੋਰ ਸਵਾਲ ਪੁੱਛਦੇ ਹਾਂ। ਸਰ, ਤੁਸੀਂ ਸ਼ੋਅ ਦੇ ਸਟਾਰਟਿੰਗ ਵਿੱਚ ਜਰਮਨੀ ਦੀ ਗੱਲ ਕੀਤੀ ਸੀ। ਸੋ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਕ੍ਰਾਈਟੇਰੀਆ, ਕੀ ਰਿਕੁਆਇਰਮੈਂਟਸ ਨੇ ਜਰਮਨੀ ਦੇ ਲਈ, ਸਟੂਡੈਂਟ ਦੇ ਲਈ? ਸੋ ਜਰਮਨੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਜਾਂ ਵਿਦਆਊਟ ਆਈਲੈਟਸ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਤੁਸੀਂ +2 ਪਾਸ ਹੋ ਤਾਂ ਵੀ ਤੁਸੀਂ ਜਰਮਨੀ ਬੈਚਲਰ ਡਿਗਰੀ ਕਰਨ ਜਾ ਸਕਦੇ ਹੋ 3 ਸਾਲ ਦੀ। ਗ੍ਰੈਜੂਏਟ ਸਟੂਡੈਂਟ ਮਾਸਟਰਸ ਲਈ ਅਪਲਾਈ ਕਰ ਸਕਦਾ। ਸੋ ਦੋਨਾਂ ਹੀ ਕੇਸਿਸ 'ਚ ਜਿਵੇਂ ਮੈਂ ਪਹਿਲਾਂ ਕਿਹਾ, ਵਿਦ ਜਾਂ ਵਿਦਆਊਟ ਆਈਲੈਟਸ ਤੁਸੀਂ ਅਪਲਾਈ ਕਰ ਸਕਦੇ ਹੋ। ਪੀਟੀ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ। ਡੂਲਿੰਗੋ ਦੇ ਨਾਲ ਵੀ ਤੁਸੀਂ ਜਰਮਨੀ 'ਚ ਅਪਲਾਈ ਕਰ ਸਕਦੇ ਹੋ। ਔਰ ਸਟੂਡੈਂਟਸ ਜਿਨ੍ਹਾਂ ਨੇ ਆਪਣੀ ਪ੍ਰੀਵੀਅਸ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਇੰਗਲਿਸ਼ 'ਚ ਪੜ੍ਹੀ ਹੋਵੇ ਤਾਂ ਮੀਡੀਅਮ ਆਫ ਇੰਸਟਰਕਸ਼ਨ ਲੈਟਰ ਦੇ ਬੇਸ ਤੇ ਵੀ ਅਪਲਾਈ ਕਰ ਸਕਦੇ ਕਿ ਉਹਨਾਂ ਨੇ ਜਿਹੜੀ ਲਾਸਟ ਸਟੱਡੀਜ਼ ਹੈ ਉਹ ਉਹਨਾਂ ਦੀ ਇੰਗਲਿਸ਼ 'ਚ ਹੈ ਤਾਂ ਉਸ ਬੇਸ ਤੇ ਵੀ ਉਹ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਆ। ਪਰਸੈਂਟੇਜ ਦੀ ਜੇ ਅਸੀਂ ਗੱਲ ਕਰੀਏ ਤਾਂ 50% ਓਵਰਆਲ 50%, ਚਾਹੇ ਤੁਹਾਡੇ ਈਚ ਸਬਜੈਕਟ 'ਚ ਘੱਟ ਵੀ ਹੈਗੇ ਆ ਤਾਂ ਵੀ ਤੁਸੀਂ ਜਰਮਨੀ ਲਈ ਅਪਲਾਈ ਕਰ ਸਕਦੇ ਹੋ। ਪ੍ਰੀਵੀਅਸ ਰਿਫਿਊਜ਼ਲ ਜਾਂ ਕਿਸੇ ਹੋਰ ਕੰਟਰੀ ਤੋਂ ਮੈਟਰ ਨਹੀਂ ਕਰਦੀਆਂ, ਬਟ ਯੂਰਪ ਚੋਂ ਕਿਸੇ ਵੀ ਡੈਸਟੀਨੇਸ਼ਨ ਤੋਂ ਤੁਹਾਨੂੰ ਬੈਨ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਯੂਰਪ ਦੇ ਕਿਸੇ ਵੀ ਕੰਟਰੀ ਚੋਂ, ਯਾਨੀ ਕਿ ਸ਼ੈਨਗਨ 26 ਕੰਟਰੀਜ਼ ਚੋਂ ਡਿਪੋਰਟ ਨਹੀਂ ਹੋਣੇ ਚਾਹੀਦੇ, ਨਾ ਹੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਕ੍ਰਿਮੀਨਲ ਐਕਟ ਹੋਣਾ ਚਾਹੀਦਾ ਤੁਹਾਡੇ ਤੇ ਸ਼ੈਨਗਨ ਕੰਟਰੀਜ਼ 'ਚ। ਉਹ ਬਹੁਤ ਜ਼ਿਆਦਾ ਮੈਟਰ ਕਰੇਗਾ। ਜੇ ਤੁਹਾਡੇ ਕੋਲ ਸ਼ੈਨਗਨ ਕੰਟਰੀਜ਼ ਤੇ ਕੋਈ ਡਿਪੋਰਟੇਸ਼ਨ ਹੈ, ਕੋਈ ਕ੍ਰਿਮੀਨਲ ਐਕਟ ਹੈ ਜਾਂ ਕੁਝ ਵੀ ਹੈ, ਫਿਰ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਠੀਕ ਹੈ। ਅੱਛਾ ਜਸਮੀਤ ਜੀ, ਜਿੱਦਾਂ ਕਿ ਤੁਸੀਂ ਦੱਸਿਆ ਜਰਮਨੀ ਨੂੰ ਲੈ ਕੇ ਕਾਫੀ ਸਾਰੀ ਪੋਜ਼ਿਟਿਵ ਚੀਜ਼ਾਂ ਤੁਸੀਂ ਦੱਸ ਰਹੇ ਹੋ, ਲੇਕਿਨ ਇੱਕ ਸਟੂਡੈਂਟ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਕੈਨੇਡਾ ਨੂੰ ਲੈ ਕੇ ਇਹ ਹੈਗਾ ਕਿ ਉੱਥੇ ਜਾ ਕੇ ਪਤਾ ਹੈ ਕਿ ਪੜ੍ਹਾਈ ਦੇ ਨਾਲ ਆਪਾਂ ਆਪਣੀ ਫੀਸ ਕੱਢ ਲਾਂਗੇ, ਕਮਾ ਲਾਂਗੇ, ਐਡੀ ਸਾਡੀ ਕਮਾਈ ਹੋ ਜਾਏਗੀ ਕਿ ਅਗਲੀ ਫੀਸ ਆਪਾਂ ਆਪ ਭਰ ਲਾਂਗੇ। ਸੋ ਜਰਮਨੀ ਦੇ ਵਿੱਚ ਵੀ ਕਿਆ ਉਹ ਆਪਣੇ ਆਪ ਕਰ ਸਕਦਾ ਹੈ? ਬਿਲਕੁਲ। ਸੋ ਜਰਮਨੀ ਦੀ ਜੇ ਅਸੀਂ ਗੱਲ ਕਰੀਏ ਤਾਂ ਇਟ ਇਜ਼ ਮੋਸਟ ਪੋਪੂਲਸ ਸਿਟੀ ਇਨ ਹੋਰ ਯੂਰਪ ਐਂਡ ਯੂਕੇ ਦੀ ਅਸੀਂ ਪੋਪੂਲੇਸ਼ਨ ਦੀ ਗੱਲ ਕੀਤੀ ਸੀ ਕਿ 6.5 ਕਰੋੜ ਦੇ ਕਰੀਬ ਯੂਕੇ ਦੀ ਪੋਪੂਲੇਸ਼ਨ ਹੈ, ਪਰ ਜਰਮਨੀ ਦੀ ਜਿਹੜੀ ਪੋਪੂਲੇਸ਼ਨ ਹੈ ਉਹ 8.3 ਕਰੋੜ, ਮਤਲਬ 8.25 ਕਰੋੜ ਦੇ ਕਰੀਬ ਪੋਪੂਲੇਸ਼ਨ ਹੈ। ਸੋ ਜਰਮਨੀ ਵੀ ਜੇ ਅਸੀਂ ਗੱਲ ਕਰੀਏ ਤਾਂ ਟੌਪ 7 ਕੰਟਰੀਜ਼ ਆਫ ਦ ਵਰਲਡ ਵਿੱਚ ਆਉਂਦਾ ਹੈ। ਔਰ ਉਸ ਤੋਂ ਬਾਅਦ ਜੇ ਅਸੀਂ ਮੇਨ ਸ਼ਹਿਰਾਂ ਦੀ ਅਸੀਂ ਗੱਲ ਕਰੀਏ ਤਾਂ ਬਰਲਿਨ, ਮਿਊਨਿਕ, ਫਰੈਂਕਫਰਟ, ਹੈਮਬਰਗ। ਜੋ ਬਰਲਿਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਮੇਰੇ ਜਿੰਨੇ ਵੀ ਸਟੂਡੈਂਟ ਜਾਂਦੇ ਆ ਉਹ ਬਰਲਿਨ 'ਚ ਹੀ ਜਾਂਦੇ ਆ। ਸੋ ਮੈਂ ਪਰਸਨਲੀ ਵਿਜ਼ਿਟ ਕੀਤਾ ਹੋਇਆ ਇਹਨਾਂ ਸਾਰਿਆਂ ਹੀ ਸ਼ਹਿਰਾਂ ਵਿੱਚ, ਬਰਲਿਨ, ਮਿਊਨਿਕ, ਫਰੈਂਕਫਰਟ, ਹੈਮਬਰਗ, ਕਲੋਨ, 5 ਸ਼ਹਿਰਾਂ 'ਚ ਮੈਂ ਪਰਸਨਲੀ ਵਿਜ਼ਿਟ ਕੀਤਾ। ਮੈਂ ਸਟੂਡੈਂਟਸ ਨੂੰ ਮਿਲ ਕੇ ਆਇਆ, ਮੈਂ ਇਨਫਰਾਸਟ੍ਰਕਚਰ ਦੇਖਿਆ ਕਿ ਸਟੂਡੈਂਟਸ ਨੂੰ ਕਿੱਦਾਂ ਦੇ ਇਨਫਰਾਸਟ੍ਰਕਚਰ 'ਚ ਰੱਖਿਆ ਜਾ ਰਿਹਾ, ਕਿੱਦਾਂ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਈ ਹੈ, ਔਰ ਫੀਡਬੈਕ ਬਹੁਤ ਪੋਜ਼ਿਟਿਵ ਹੈ, ਬਹੁਤ ਪੋਜ਼ਿਟਿਵ ਹੈ। ਸਟੂਡੈਂਟਸ ਆਰ ਰੀਅਲੀ ਹੈਪੀ। ਸਟੂਡੈਂਟਸ ਨੂੰ ਪਾਰਟ ਟਾਈਮ ਜੌਬ ਵੀ ਮਿਲ ਰਹੀ ਹੈ। ਔਰ ਜੇ ਅਸੀਂ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਕਿ ਪੈਸੇ ਕੱਢ ਲੈਂਦਾ, ਤਾਂ ਪਾਰਟ ਟਾਈਮ ਵਰਕ ਇਜ਼ ਅਲਾਉਡ ਔਰ ਮਿਨੀਮਮ ਵੇਜ ਰੇਟ ਹੈਗਾ 10 ਯੂਰੋ। So which is a big better than other countries also. So minimum wage rate is 10 euro to 15 euro. Even McDonald is paying 12 euros per hour. So student ਜਿਹੜੇ ਸਾਡੇ ਇਦਾਂ ਦੇ ਕੀ ਕਹਿੰਦੇ ਆ ਫਾਸਟ ਫੂਡ ਸੈਂਟਰਸ 'ਚ ਕੰਮ ਕਰਦੇ ਆ, ਸੋ ਉਹਨਾਂ ਨੂੰ ਵੀ 10 ਤੋਂ 12 ਯੂਰੋ ਆਰਲੀ ਮਿਲ ਸਕਦੇ ਆ। ਸੋ ਸਟੂਡੈਂਟਸ ਬਿਲਕੁਲ ਆਪਣੀ ਫੀਸ ਕੱਢ ਸਕਦੇ ਆ। ਔਰ ਸਾਲਾਨਾ ਜੇ ਅਸੀਂ ਗੱਲ ਕਰੀਏ, ਜਿਹੜੀ ਐਵਰੇਜ ਸੈਲਰੀ ਹੈਗੀ ਹੈ ਉਹ 20,000 ਤੋਂ ਲੈ ਕੇ 26,000 ਯੂਰੋ ਰਹਿੰਦੀ ਹੈ, ਜਿਹੜੀ ਸਾਲਾਨਾ ਸੈਲਰੀ ਹੈ। ਔਰ ਸਟੂਡੈਂਟਸ ਜਿਹੜੇ ਉੱਥੇ ਰਹਿੰਦੇ ਆ, ਮੈਨੂੰ ਲੱਗਦਾ ਉਹ ਆਪਣੀ ਈਜ਼ੀਲੀ ਜਿਹੜੀ ਟਿਊਸ਼ਨ ਫੀਸ ਹੈ ਉਹ ਕੱਢ ਸਕਦੇ ਹੋ। ਟਿਊਸ਼ਨ ਫੀਸ ਬੜੀ ਅਫੋਰਡੇਬਲ ਹੈ। ਸੋ ਟਿਊਸ਼ਨ ਫੀਸ ਜਿਹੜੀ ਹੈਗੀ ਆ ਉਹ 7,000 ਯੂਰੋ ਤੋਂ ਲੈ ਕੇ 12,000 ਯੂਰੋ ਦੇ ਵਿਚਕਾਰ ਰਹੇਗੀ। ਔਰ ਪੂਰੀ ਫੀਸ ਦੇਣੀ ਨਹੀਂ ਹੈ ਵੀਜ਼ਾ ਤੋਂ ਪਹਿਲਾਂ। ਜਿਹੜੀ ਪੂਰੀ ਫੀਸ ਹੈ ਉਹ ਤੁਸੀਂ ਵੀਜ਼ਾ ਤੋਂ ਪਹਿਲਾਂ ਨਹੀਂ ਦੇਣੀ ਹੈ। ਤੁਸੀਂ 2,500 ਤੋਂ 3,000 ਯੂਰੋ ਜਮ੍ਹਾਂ ਕਰਾ ਕੇ LOA ਲੈ ਸਕਦੇ ਹੋ, ਯਾਨੀ ਕਿ ਲੈਟਰ ਆਫ ਐਕਸੈਪਟੈਂਸ ਤੁਸੀਂ ਲੈ ਸਕਦੇ ਹੋ ਪਾਰਸ਼ਲ ਪੇਮੈਂਟ ਕਰਕੇ। ਦੈਟ ਇਜ਼ ਲਾਈਕ 30% ਆਫ ਯਰ ਫੀਸ ਤੁਸੀਂ ਡਿਪੋਜ਼ਿਟ ਕਰਦੇ ਹੋ, ਤੁਹਾਨੂੰ LOA ਆ ਜਾਂਦਾ ਹੈ। ਪਲੱਸ ਇੱਕ ਬਲੌਕਡ ਅਕਾਊਂਟ ਖੁੱਲਦਾ, ਵੈਰੀ ਸਿਮਿਲਰ ਟੂ GIC ਅਕਾਊਂਟ। ਜਿਵੇਂ ਕੈਨੇਡਾ ਵਿੱਚ GIC ਅਕਾਊਂਟ ਖੁੱਲਦਾ, ਉਹਨੂੰ ਅਸੀਂ ਜਰਮਨੀ 'ਚ ਕਹਿੰਦੇ ਆ ਬਲੌਕਡ ਅਕਾਊਂਟ। ਸੋ ਬਲੌਕਡ ਅਕਾਊਂਟ ਖੁੱਲਦਾ ਜਰਮਨੀ 'ਚ, ਜਿਹੜੇ ਪੈਸੇ ਰਿਫੰਡੇਬਲ ਹੈ ਉਹਦੇ ਵਿੱਚ ਵੀ 10,260 ਯੂਰੋ ਜਮ੍ਹਾਂ ਹੁੰਦੇ ਆ। ਔਰ ਹਰ ਮਹੀਨੇ ਇਕੁਅਲ ਤੁਸੀਂ ਪੈਸੇ ਕਢਾ ਕੇ ਪਹਿਲੇ ਸਾਲ ਵਿੱਚ ਸਾਰੇ ਪੈਸੇ ਕਢਾ ਸਕਦੇ ਹੋ। ਸੋ ਸਾਰੇ ਹੀ ਸਟੂਡੈਂਟਸ ਨੂੰ ਮੇਰੀ ਐਡਵਾਈਸ ਹੈ
ਕਿ ਜਰਮਨੀ ਦਾ ਜਿਹੜਾ ਵੀਜ਼ਾ ਪ੍ਰੋਸੈਸ ਹੈ ਇਜ਼ ਕੁਆਇਟ ਸਿੰਪਲ। ਜਿਹੜੀ ਇੱਕ ਅੜਚਨ ਹੈ ਜਰਮਨੀ ਦੇ ਵਿੱਚ, ਜਿਹੜੀ ਕਿ ਬਹੁਤ ਵੱਡੀ ਅੜਚਨ ਬਣ ਜਾਂਦੀ ਹੈ ਕਈ ਵਾਰੀ, ਕਿ ਜਿਹੜੀ VFS ਦੀ ਅਪਾਇੰਟਮੈਂਟਸ ਹੈ ਉਹਨਾਂ ਤੇ ਸਾਨੂੰ ਵੇਟ ਕਰਨੀ ਪੈਂਦੀ ਹੈ। ਸਿਰਫ ਕੈਨੇਡਾ 'ਚ ਹੀ ਨਹੀਂ ਰਸ਼ ਹੈਗਾ, ਸਾਰੇ ਕਿਤੇ ਰਸ਼ ਹੈ। ਔਰ ਜਰਮਨੀ 'ਚ VFS ਦੀ ਜਿਹੜੀ ਅਪਾਇੰਟਮੈਂਟ ਹੈ ਜਾਂ ਵੀਜ਼ਾ ਦੀ ਜਿਹੜੀ ਅਪਾਇੰਟਮੈਂਟ ਹੈ ਕੈਨ ਟੇਕ 2 to 3 months। ਅੱਛਾ, ਬੜੇ ਪੋਜ਼ਿਟਿਵ ਪੁਆਇੰਟ ਜਸਮੀਤ ਜੀ ਤੁਸੀਂ ਦੱਸੇ ਸਾਨੂੰ ਜਰਮਨੀ ਨੂੰ ਲੈ ਕੇ। ਉੱਥੇ ਦੀ ਵੇਜਸ ਵੀ ਤੁਹਾਨੂੰ ਕਾਫੀ ਅੱਛੇ ਤਰੀਕੇ ਨਾਲ ਡਿਸਕਸ ਕੀਤੀਆਂ ਆਪਾਂ ਸਟੂਡੈਂਟਸ ਦੇ ਨਾਲ। ਲੇਕਿਨ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇ ਕਿਸੇ ਨੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ, ਲਾਈਕ ਕੈਨੇਡਾ ਤਾਂ ਆਪਾਂ ਫਸਟ ਡੇ ਨਹੀਂ ਲੈ ਕੇ ਜਾ ਸਕਦੇ ਨਾ, ਸੋ ਕਿਆ ਜਰਮਨੀ ਆਪਸ਼ਨ ਦਿੰਦਾ ਹੈ? ਬਿਲਕੁਲ, ਫਰਸਟ ਡੇ ਤੁਸੀਂ ਆਪਣੇ ਸਪਾਊਸ ਨੂੰ ਜਰਮਨੀ ਵਿੱਚ ਵੀ ਨਹੀਂ ਲੈ ਕੇ ਜਾ ਸਕਦੇ। ਸੋ 6 months ਦੇ ਬਾਅਦ ਜਦੋਂ ਤੁਹਾਡੇ ਕੋਲ ਉੱਥੋਂ ਦੀ TR ਜਾਂ ਉੱਥੋਂ ਦੇ ਰੈਜ਼ੀਡੈਂਟ ਕਾਰਡਸ ਬਣ ਜਾਂਦੇ ਆ ਯੂਰਪ ਦੇ, ਫਿਰ ਤੁਸੀਂ ਆਪਣੇ ਸਪਾਊਸ ਦਾ ਡਿਪੈਂਡੈਂਟ ਵੀਜ਼ਾ ਅਪਲਾਈ ਕਰ ਸਕਦੇ। ਠੀਕ ਹੈ, ਵੀਜ਼ਾ ਪ੍ਰੋਸੈਸ ਕਿੰਨਾ ਕੁ ਲੰਬਾ ਹੈਗਾ ਹੈ ਇਹਦਾ? ਵੀਜ਼ਾ ਪ੍ਰੋਸੈਸ ਸਿੰਪਲ ਹੈ, ਬਹੁਤ ਸਿੰਪਲ ਹੈ। ਯੂ ਕੈਨ ਗੈਟ ਐਨ ਆਫਰ ਲੈਟਰ ਵਿਦਿਨ 72 hours। Okay. And then you can apply, get the fees paid, LOAs will be also done very quickly। block the account ਜੇ ਅਸੀਂ ਪੂਰੇ ਪ੍ਰੋਸੈਸ ਦੀ ਜੇ ਅਸੀਂ ਗੱਲ ਕਰੀਏ, it will be a 30 days process। ਪਰ ਅੜਚਨ is VFS ਅਪਾਇੰਟਮੈਂਟਸ, ਔਰ ਅਪਾਇੰਟਮੈਂਟਸ ਕਈ ਵਾਰੀ ਬਹੁਤ ਡਿਲੇ ਹੋ ਜਾਂਦੀਆਂ ਜਾਂ ਕਈ ਵਾਰੀ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਵੀ ਅਪਾਇੰਟਮੈਂਟਸ ਲੈਣੀਆਂ ਪੈਂਦੀਆਂ। ਸੋ ਸਟੂਡੈਂਟਸ ਇਸ ਚੀਜ਼ ਲਈ ਜ਼ਰੂਰ ਪ੍ਰਿਪੇਅਰ ਰਹੋ ਜਦੋਂ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ, ਬਿਕੋਜ਼ ਰਸ਼ ਬਹੁਤ ਜ਼ਿਆਦਾ ਹੈ ਜਰਮਨੀ ਸਟੂਡੈਂਟ ਵੀਜ਼ਾ ਜਾਣ ਵਾਲੇ ਸਟੂਡੈਂਟਸ ਲਈ ਵੀ। ਜੀ, ਆਬਵੀਅਸਲੀ ਰਸ਼ ਹੋਏਗਾ, ਕਿਉਂਕਿ ਉੱਥੇ ਵੀ ਜਿੱਦਾਂ ਕਿ ਤੁਸੀਂ ਕੈਨੇਡਾ ਜਾ ਕੇ ਆਪਣਾ ਸੁਪਨਾ ਪੂਰਾ ਕਰਦੇ ਹੈਗੇ ਹੋ, ਆਪਣਾ ਕਰੀਅਰ ਸੈੱਟ ਕਰਦੇ ਹੋ, ਮਾਪਿਆਂ ਦਾ ਕਰਜ਼ਾ ਉਤਾਰਦੇ ਹੋ, ਤੁਸੀਂ ਜਰਮਨੀ ਜਾ ਕੇ ਵੀ ਕਰ ਸਕਦੇ ਹੋ। ਉੱਥੇ ਬਹੁਤ ਬ੍ਰਾਈਟ ਆਪਸ਼ਨਸ ਤੁਹਾਨੂੰ ਦਿੱਤੇ ਜਾ ਰਹੇ ਨੇ ਇਸ ਵੇਲੇ। ਹੋਰ ਫਟਾਫਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਪਹੁੰਚੋ, ਆਪਣੀ ਪ੍ਰੋਫਾਈਲ ਅਸੈਸ ਕਰਵਾਓ। ਸਾਡੇ ਹੈਲਪਲਾਈਨ ਨੰਬਰ ਤੁਹਾਡੇ TV ਸਕਰੀਨਸ ਤੇ ਫਲੈਸ਼ ਹੁੰਦੇ ਪਏ ਨੇ, ਸੋ ਇਹਨਾਂ ਦੇ ਨੰਬਰ ਜ਼ਰੂਰ ਨੋਟ ਕਰ ਲਓ। ਇਸ ਦੇ ਨਾਲ ਹੀ ਸਰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਕਿਸੇ ਨੇ ਪਰਸਨਲੀ ਮਿਲਣਾ ਹੋਏ, ਕਿਉਂਕਿ ਸ਼ੋਅ ਦੇਖਣ ਵਾਲੇ ਕਈ ਪੇਰੈਂਟਸ ਦੇ ਦਿਮਾਗ 'ਚ ਇਹ ਵੀ ਹੋਣਾ ਕਿ ਨਹੀਂ ਆਪਾਂ ਸਰ ਨਾਲ ਹੀ ਮਿਲ ਕੇ ਗੱਲਬਾਤ ਕਰਨੀ ਹੈ, ਆਪਾਂ ਕਿਸੇ ਕਾਉਂਸਲਰ ਨੂੰ ਨਹੀਂ ਜਾਂ ਟੀਮ ਮੈਂਬਰ ਨੂੰ ਨਹੀਂ ਮਿਲਣਾ, ਸੋ ਤੁਸੀਂ ਮਿਲਦੇ ਹੋ ਉਹਨਾਂ ਨੂੰ ਪਰਸਨਲੀ? ਸੋ ਮੈਂ ਸਾਰਿਆਂ ਨੂੰ ਹੀ ਕਹਿਣਾ ਚਾਹਾਂਗਾ ਕਿ ਸਾਡੀ ਟੀਮ ਐਕਸਪਰਟ ਹੈ, ਹਰ ਬ੍ਰਾਂਚ ਵਿੱਚ ਸੀਨੀਅਰ ਮੈਨੇਜਰ ਹੈ। ਸੋ ਜੇ ਅਸੀਂ ਗੱਲ ਕਰੀਏ ਜਲੰਧਰ ਵਿੱਚ ਸਨੀ ਐਂਡ ਭਾਵਨਾ ਬਹੁਤ ਦੇਰ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਕੰਮ ਕਰ ਰਹੇ ਨੇ। ਠੀਕ ਹੈ। ਲੁਧਿਆਣਾ ਵਿੱਚ ਜਤਿੰਦਰ ਐਂਡ ਸਿਮਰ। ਅਸੀਂ ਜੇ ਅੰਮ੍ਰਿਤਸਰ ਦੀ ਗੱਲ ਕਰੀਏ, ਸਾਰਿਕਾ ਐਂਡ ਤਾਨਿਆ ਬਹੁਤ ਚਿਰ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਆ। ਔਰ ਅਸੀਂ ਜੇ ਗੱਲ ਕਰੀਏ ਹਰ ਬ੍ਰਾਂਚ ਵਿੱਚ, ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਸੀ ਕਿ ਹਰ ਬ੍ਰਾਂਚ ਵਿੱਚ ਸਾਡੇ ਕੋਲ ਡੈਡੀਕੇਟਿਡ ਟੀਮ ਮੈਂਬਰਸ ਹੈਗੇ ਆ, ਮੈਨੇਜਰਸ ਹੈਗੇ ਆ ਜਿਹੜੇ ਕਿ ਐਕਸਪਰਟ ਹੈ ਤੁਹਾਨੂੰ ਗਾਈਡ ਕਰਨ ਲਈ। ਬਟ ਫਿਰ ਵੀ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ 90413 90412 ਤੇ WhatsApp ਕਰੋ ਆਪਣੀ ਕੁਐਰੀ, ਨਹੀਂ ਤਾਂ ਤੁਸੀਂ ਮੋਹਾਲੀ ਆਫਿਸ ਆ ਕੇ ਮੈਨੂੰ ਮਿਲ ਸਕਦੇ ਹੋ। ਆਮ ਆਲਵੇਜ਼ ਇਨ ਮੋਹਾਲੀ ਆਫਿਸ। ਜੇ ਮੇਰਾ ਕੋਈ ਟਰੈਵਲ ਸ਼ਡਿਊਲ ਹੁੰਦਾ ਤਾਂ ਤੁਸੀਂ ਸਾਡੇ ਕਾਲ ਸੈਂਟਰ ਯਾਨੀ 90413 90412 ਤੇ ਕਾਲ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਜੇ ਇਫ ਆਈ ਐਮ ਟਰੈਵਲਿੰਗ ਟੂ ਬ੍ਰਾਂਚ ਆਫਿਸਿਸ। ਬਟ ਸਟੂਡੈਂਟਸ, ਆਈ ਵਿਲ ਟੈਲ ਯੂ ਕਿ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰਨਾ ਚਾਹੁੰਦੇ ਹੋ, 2022 ਇੱਕ ਬਹੁਤ ਜ਼ਿਆਦਾ ਇੱਦਾਂ ਦਾ ਸਾਲ ਹੋਣ ਵਾਲਾ ਹੈ ਕਿ ਸਾਨੂੰ ਕਿਸੇ ਵੀ ਕੰਟਰੀ ਜਾਣ ਲਈ ਬਹੁਤ ਜ਼ਿਆਦਾ ਰਸ਼ ਨੂੰ ਫੇਸ ਕਰਨਾ ਪੈਣਾ, ਕਿਉਂਕਿ ਜੋ 2 ਸਾਲ ਦਾ ਬੈਕਲੌਗ ਸੀ 2020, 2021 ਐਂਡ 2019 ਦੇ ਵੀ ਬਹੁਤ ਸਾਰੇ ਸਟੂਡੈਂਟਸ ਹੈ ਜਿਹੜੇ ਹਾਲੇ ਤੱਕ ਕੋਈ ਡਿਸੀਜਨ ਨਹੀਂ ਕਰ ਪਾਏ। ਇਨਫੈਕਟ 2018 ਦੇ ਵੀ ਬਹੁਤ ਸਾਰੇ ਸਟੂਡੈਂਟਸ ਹੈ। ਸੋ ਜਦੋਂ ਉਹਨਾਂ ਸਾਰਿਆਂ ਸਟੂਡੈਂਟ ਨੇ 2022 ਤੇ ਫੋਕਸ ਰੱਖਿਆ ਹੋਇਆ ਤਾਂ ਸੀਟਸ ਕਿਸੇ ਵੀ ਕੰਟਰੀ 'ਚ ਬਹੁਤ ਔਖੀਆਂ ਮਿਲਣਗੀਆਂ, ਚਾਹੇ ਉਹ UK ਹੋਏ, ਚਾਹੇ ਉਹ USA ਹੋਏ, ਚਾਹੇ ਉਹ ਜਰਮਨੀ ਹੋਏ, ਚਾਹੇ ਉਹ ਕੈਨੇਡਾ ਹੋਏ। ਕੈਨੇਡਾ 'ਚ ਤਾਂ ਹੁਣੇ ਹੀ ਬਹੁਤ ਜ਼ਿਆਦਾ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਸੀਟਸ ਲੈਣ ਦਾ। ਸੋ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰਨਾ ਚਾਹੁੰਦੇ ਹੋ, ਆਪਣਾ ਮਨ ਜਲਦ ਤੋਂ ਜਲਦ ਤੈਅ ਕਰੋ। ਇੱਕ ਸਹੀ ਕੰਪਨੀ ਕੋਲ ਤੁਸੀਂ ਜਾ ਕੇ ਕਾਉਂਸਲਿੰਗ ਲਓ। ਕਾਉਂਸਲਿੰਗ ਲੈ ਕੇ ਤੁਸੀਂ ਵੀਜ਼ਾ ਅਪਰੂਵਲਸ ਜ਼ਰੂਰ ਦੇਖੋ ਕਿ ਜਲਦੀ ਕਿਹੜੇ ਵੀਜ਼ਾ ਅਪਰੂਵਲਸ ਲੱਗ ਕੇ ਆਏ ਹੈ ਰੀਸੈਂਟਲੀ। ਦੇਖੋ ਸਾਡੇ YouTube ਚੈਨਲ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਪੇਜ ਨੂੰ ਲਾਈਕ ਕਰੋ। ਤੁਸੀਂ ਡੇਲੀ ਦੇਖ ਸਕਦੇ ਹੋ ਕਿ 4 ਤੋਂ 5 ਵੀਜ਼ਾ ਅਪਰੂਵਲ ਅਸੀਂ ਆਪਣੇ YouTube ਚੈਨਲ ਔਰ ਫੇਸਬੁੱਕ ਪੇਜ ਤੇ ਅਪਲੋਡ ਕਰਦੇ ਹਾਂ, ਚਾਹੇ ਉਹ ਜਰਮਨੀ ਹੈ, ਚਾਹੇ ਉਹ USA ਹੈ, ਚਾਹੇ ਉਹ ਕੈਨੇਡਾ ਹੈ। ਸੋ ਇਹ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਪ੍ਰੋਪਰ ਕਾਉਂਸਲਿੰਗ ਦੇ ਨਾਲ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਅਪਲਾਈ ਕਰ ਸਕਦੇ ਹੋ। ਠੀਕ ਹੈ। ਹੋਰ ਸਭ ਤੋਂ ਚੰਗੀ ਚੀਜ਼ ਇਹਨਾਂ ਦੀ ਜਿਹੜੀ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਤੁਸੀਂ ਫੋਲੋ ਕਰੋਗੇ ਤਾਂ ਆਪਣੇ ਆਪ ਆਟੋਮੈਟਿਕਲੀ ਜਿਹੜੀ ਵੀ ਨਵੀਂ ਅਪਡੇਟਸ ਹੋਣਗੀਆਂ, ਇਨਫੋਰਮੇਸ਼ਨ ਹੋਏਗੀ, ਉਹ ਤੁਹਾਡੇ ਤੱਕ ਪਹੁੰਚ ਜਾਏਗੀ। ਤੁਹਾਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ ਕਿ ਤੁਹਾਨੂੰ ਇਹ ਚੀਜ਼ ਨਹੀਂ ਪਤਾ ਹੈਗੀ ਹੈ। ਸੋ ਜੁੜੇ ਰਹੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ। ਇਸ ਦੇ ਨਾਲ ਹੀ ਬਿਲਕੁਲ ਟਾਈਮ ਵੇਸਟ ਨਾ ਕਰੋ। ਦਿਸ ਇਜ਼ ਦ ਰਾਈਟ ਟਾਈਮ ਟੂ ਅਪਲਾਈ। ਸਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ। ਥੈਂਕ ਯੂ ਸੋ ਵੈਰੀ ਮਚ। ਥੈਂਕ ਯੂ ਸੋ ਮਚ।
ਦਿਓ ਇਜਾਜ਼ਤ, ਸਾਨੂੰ ਫਿਰ ਹਾਜ਼ਰ ਹੋਵਾਂਗੇ। ਜਾਣ ਤੋਂ ਪਹਿਲੇ ਇੱਕ ਵਾਰ ਫਿਰ ਮੈਂ ਤੁਹਾਨੂੰ ਯਾਦ ਕਰਵਾ ਦਵਾਂ, ਕੁਝ ਇੱਦਾਂ ਦੇ ਸਟੂਡੈਂਟਸ ਨੇ ਜਿਹੜੇ ਆਪਣੀ ਕਹਾਣੀ ਆਪਣੀ ਜ਼ੁਬਾਨੀ ਤੁਹਾਨੂੰ ਸੁਣਾਉਣਾ ਚਾਹੁੰਦੇ ਨੇ। ਸੋ ਇਹਨਾਂ ਦੀ ਵੀਡੀਓ ਦੇਖੋ। ਸਾਨੂੰ ਦਿਓ ਇਜਾਜ਼त। ਸਤਿ ਸ਼੍ਰੀ ਅਕਾਲ। सत श्रीकाल जी। हमारे साथ है सुखवीर सिंह चिन्ना, जिनका कनाडा का स्टडी वीज़ा आ चुका है और सुखवीर बिलोंग करते हैं जगराउं से। सुखवीर नायग्रा कॉलेज में एडमिशन लिया इन्होंने, एसडीएस केस है इनका। बाकी सुखवीर से बातचीत करते हैं, इनको हमारी लैंडमार्क इमिग्रेशन की सर्विसेज कैसी लगी, कैसा एक्सपीरियंस रहा इनका लैंडमार्क इमिग्रेशन के साथ, और कब ये फ्लाई कर रहे हैं कनाडा में। कॉन्ग्रेचुलेशन सुखवीर। थैंक यू सर। बाकी सुखवीर, आपने हमारे व्यूअर्स को बताना है आपको लैंडमार्क इमिग्रेशन की सर्विसेज के बारे में, और कौन से ऑफिस में आपने हमारे विजिट किया था। हम सर लुधियाना लुधियाना ऑफिस में लुधियाना। आपने विजिट किया था हाँ जी। हमारे। और कब आपने अप्लाई किया था, मतलब कब, कितने टाइम से आपका लैंडमार्क के साथ एक रिलेशनशिप बना है। ਮਾਰਚ 'ਚ ਕੀਤਾ ਸੀਗਾ ਪਹਿਲਾਂ ਅਪਲਾਈ, ਫਿਰ ਲੋਕਡਾਊਨ ਲੱਗ ਗਿਆ, ਹਾਂ। ਉਹਦੇ ਕਰਕੇ ਫਿਰ ਸਟਕ ਹੋ ਗਿਆ ਸੀਗਾ। तो आपने मई इंटेक के लिए अप्लाई किया था, ਹਾਂਜੀ ਮਈ ਇਨਟੇਕ। और अब कौन सा इंटेक आपका अब अप्रूव। सितंबर। ऑनलाइन पढ़ रहे हैं आप हाँ जी। सितंबर में, ठीक है। तो सुखवीर ऑनलाइन सितंबर में ऑलरेडी पढ़ रहे हैं, और आपका कौन सा कोर्स है सुखवीर जिसमें आप पढ़ रहे हैं। कंप्यूटर इंजीनियरिंग टेक्नीशियन। तो ऑनलाइन में समझ आ रहा है, कोई प्रॉब्लम नहीं आ रहा है समझ। समझ आ रहा समझ आ है। रहा है। और आपने इसमें कोई ग्रेड्स भी अभी तक अचीव किए हैं, कुछ टेस्ट हुए हैं आपके। नहीं असाइनमेंट अभी सबमिट कराई है। असाइनमेंट आप ऑलरेडी सबमिट हाँ। करा चुके हो। सो नायग्रा में सब ड्यू टू लॉकडाउन सुखवीर को मई की जगह सितंबर इनटेक ऑप्ट करना पड़ा। 6 ईच बैंड स्कोर है, वीज़ा इनका अप्रूव्ड है, इनके पास है। हमारे मोहाली ऑफिस में आज वीज़ा लेने के लिए अपना आए हैं। और सुखवीर, ये जो लॉकडाउन का टाइम था, सभी को पता है पिछले साल भी लॉकडाउन लगा, इस साल भी 2 महीने का लॉकडाउन लगा था। ये जो लॉकडाउन का टाइम था, इसमें कई ऐसे स्टूडेंट थे जो शायद इमिग्रेशन कंपनीज की साथ नहीं टच कर पाए, क्योंकि सब वर्क फ्रॉम होम थे। कोई फ़ोन की दिक्कत, कोई मेल्स की दिक्कत, या कोई तो आपको लैंडमार्क इमिग्रेशन की तरफ से भी ये प्रॉब्लम आई कि नहीं, आपको टाइम टू टाइम आंसर मिलता रहा। नहीं आंसर मिलता रहा टाइम टू टाइम। टाइम टू टाइम आंसर मिलता रहा। हाँ। ये इसलिए आपका वीज़ा आ गया है, या जेन्युइनली आपको आंसर मिला है। ਸਰ ਜੀ ਹੁਣ ਇਹ 'ਚ ਕੀ ਕਹਿ ਸਕਦੇ ਆ। ਹੈਂ? ਲੈਂਡਮਾਰਕ ਦੀ ਇਹਨੀ ਸਰਵਿਸ ਵਧੀਆ ਸੀਗੀ। Congratulations सुखवीर, Thank and you, best sir. of luck for your bright future। थैंक यू। सत श्रीकाल जी। रजिंदर कौर हमारे साथ हैं, सिरसा डबवाली से बिलोंग करती हैं, हमारे मोहाली ऑफिस में आ जाएं। वीज़ा हैंड ओवर इनको कर रहे हैं। प्रोफाइल इनकी जानते हैं रविंदर से कि क्या प्रोफाइल थी इनकी, और कौन से कॉलेज में ये एडमिशन लिए हैं, कौन सा कोर्स पढ़ने के लिए जा रहे हैं। सो पहले कॉन्ग्रेचुलेट करते हैं, उसके बाद इनसे बातचीत करते हैं। कॉन्ग्रेचुलेशंस मैम। थैंक यू सर। सो रजिंदर, आप काइंडली हमारे व्यूअर्स को बताएं कि आपकी क्या प्रोफाइल थी इंडिया में, Sir. और कौन से कॉलेज में आप पढ़ने के लिए जा रहे हैं। ओके सर। सर मैंने 2017 में जीएनएम नर्सिंग पास किया। हम्म। उसके बाद मेरा 2 ईयर का एक्सपीरियंस था 19 तक, और उसके बाद मैंने नायग्रा कॉलेज के लिए अप्लाई किया। मेरे 6 ईच बैंड स्कोर थे, और मैंने विद इन 5 मंथ्स मैंने अपना वीज़ा गेट किया। ठीक है, तो वहाँ कौन सा कोर्स करने के लिए आज आ रहे हैं नायग्रा कॉलेज। उसमें एजुकेशनल असिस्टेंट, एजुकेशनल असिस्टेंट का कोर्स, स्पेशल नीड्स, स्पेशल नीड सपोर्ट का कोर्स Yes, करने के yes, लिए आप sir. जा रहे हैं। और आपको सर्विसेज कैसी लगी, कौन से इंटेक के लिए आपने अप्लाई किया था, क्या आपको डेफर करना पड़ा, ऑनलाइन क्लासेस लगा रहे हैं आप। नो सर, मैं ऑनलाइन क्लासेस नहीं लगा रही। मैंने जैन इनटेक के लिए डेफर किया था, और मैंने अपनी सर्विसेज मनदीप मैम से कट की, और मुझे लैंडमार्क की सर्विसेज बहुत अच्छी लगी। जब भी मुझे कोई भी इंक्वायरी के लिए कॉल करनी पड़ती थी, तो मुझे अपनी आंसर मिल जाती थी। ठीक है। सो आप भी अपना वीज़ा जो है वो लैंडमार्क इमिग्रेशन के थ्रू स्टैम्प करवा सकते हैं। आपको ज़रूरत है लैंडमार्क इमिग्रेशन ऑफिस विजिट करने की। राजिंदर बहुत दूर से, सिरसा डबवाली से बिलोंग करते हैं, हरियाणा से बिलोंग करते हैं। सो ये इन्होंने भी हमारे मोहाली ऑफिस से सर्विसेज ली हैं। सो आप भी अगर दूर से हैं तो वर्चुअली सर्विसेज हमारी अवेल कर सकते हैं। इस वक्त मुंबई, दिल्ली, कोलकाता, गुजरात से बहुत क्लाइंट्स हैं जो हमारे वर्चुअली सर्विसेज ले रहे हैं, ऑनलाइन काउंसलिंग ले रहे हैं और हमारे साथ इनरोल हो रहे हैं। सो आप भी इनकी तरफ आ सकते हैं हमारे ऑफिस info@landmarkimmigration.com पर एक बार अपने डॉक्यूमेंट सेंड कर दीजिए, या 90-413 90-412 पर व्हाट्सएप कर दीजिए। पहले हम आपको असेसमेंट देंगे, वर्चुअल काउंसलिंग करेंगे, देन आप ऑफिस भी विजिट कर सकते हैं। हमारा इन पर्सन काउंसलिंग के लिए भी हमारे ऑफिसेज मोहाली, चंडीगढ़, लुधियाना, मोगा, जलंधर, अमृतसर, भटिंडा, वडोदरा में अवेलेबल है। किसी भी ऑफिस में जाकर आप वहां पर मैनेजर से मिल सकते हैं, काउंसलर से मिल सकते हैं और वर्चुअल काउंसलिंग का बेनिफिट ले सकते हैं। सो कांग्रेचुलेशंस राजिंदर, Thank you, sir. बेस्ट ऑफ लक फॉर योर ब्राइट फ्यूचर। थैंक यू सर।